ਇੱਕ ਕੋਹੜੀ ਫਕੀਰ। ਭਾਈ ਬਾਲੇ ਨੇ ਕਿਹਾ, ਸੱਚੇ ਪਾਤਸ਼ਾਹ। ਗੁਰੂ ਜੀ ਚੁੱਪਚਾਪ ਆਪਣੇ ਧਿਆਨ ਵਿੱਚ ਬੈਠੇ ਸਨ ਕਿ ਮਰਦਾਨੇ ਨੇ ਕਿਹਾ, ਮਹਾਰਾਜ, ਇਸ ਨਗਰ ਵਿੱਚ ਅਵੱਗਿਆ ਤਾਂ ਥੋੜ੍ਹਿਆਂ ਪਾਸੋਂ ਹੋਈ ਸੀ, ਪਰ ਦੁੱਖ ਸਾਰੇ ਨਗਰ ਦੇ ਲੋਕਾਂ ਨੂੰ ਕਿਉਂ ਹੋਇਆ? ਗੁਰੂ ਜੀ ਨੇ ਦੱਸਿਆ, ਮਰਦਾਨਾ, ਜਿੱਥੇ ਅਤਿਥੀਆਂ ਦੀ ਸੇਵਾ ਨਾ ਹੋਵੇ ਤੇ ਨਿਰਾਦਰ ਕੀਤਾ ਜਾਵੇ, ਉੱਥੇ ਪਾਪ ਦਾ ਅਸਰ ਹੁੰਦਾ ਹੈ। ਗ੍ਰਹਿਸਥ ਧਰਮ ਉਹੀ ਚੰਗਾ ਹੈ ਜਿਹੜਾ ਘਰ ਆਏ ਅਤਿਥੀਆਂ ਦੀ ਸੇਵਾ ਤੇ ਸਤਿਕਾਰ ਕਰਦਾ ਹੈ। ਪਰ ਇੱਥੋਂ ਦੇ ਪਠਾਨ ਰਾਜ ਭਾਗ ਦੇ ਨਸ਼ੇ ਵਿੱਚ ਬਹੁਤ ਅਭਿਮਾਨੀ ਸਨ। ਇਹਨਾਂ ਨੇ ਖੁਦਾ ਨੂੰ ਭੁਲਾਇਆ ਹੋਇਆ ਸੀ, ਜਿਸ ਕਰਕੇ ਇਹਨਾਂ ਉੱਤੇ ਕਹਿਰ ਵਰਤਿਆ ਹੈ। ਇਹ ਉੱਤਰ ਸੁਣ ਕੇ ਮਰਦਾਨਾ ਚੁੱਪ ਤਾਂ ਕਰ ਗਿਆ, ਪਰ ਉਸ ਦੇ ਮਨ ਦਾ ਸ਼ੰਕਾ ਨਿਵਰਤ ਨਾ ਹੋਇਆ। ਬੈਠੇ ਬੈਠੇ ਮਰਦਾਨੇ ਨੂੰ ਆਲਸ ਆ ਗਿਆ ਤੇ ਸੌਂ ਗਿਆ। ਤਦ ਗੁਰੂ ਜੀ ਨੇ ਥੋੜ੍ਹਾ ਜਿਹਾ ਮਿੱਠਾ ਉਸ ਦੇ ਢਿੱਡ ਉੱਤੇ ਸੁੱਟ ਦਿੱਤਾ, ਜਿਸ ਉੱਤੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋ ਗਈਆਂ। ਇੱਕ ਕੀੜੀ ਨੇ ਮਰਦਾਨੇ ਨੂੰ ਦੰਦੀ ਵੱਢੀ ਤੇ ਮਰਦਾਨੇ ਨੇ ਉੱਠ ਕੇ ਉਹਨਾਂ ਸਾਰੀਆਂ ਕੀੜੀਆਂ ਨੂੰ ਮਲ ਸੁੱਟਿਆ। ਜਦ ਮਰੀਆਂ ਹੋਈਆਂ ਕੀੜੀਆਂ ਨੂੰ ਮਰਦਾਨਾ ਵੇਖਣ ਲੱਗਾ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ, ਤੂੰ ਇਹ ਕੀ ਕੀਤਾ? ਤੈਨੂੰ ਕੱਟਿਆ ਤਾਂ ਇੱਕ ਕੀੜੀ ਨੇ ਸੀ ਤੇ ਮਾਰ ਤੂੰ ਸਾਰੀਆਂ ਹੀ ਦਿੱਤੀਆਂ ਹਨ। ਮਰਦਾਨਾ ਆਪਣੀ ਸ਼ੰਕਾ ਦਾ ਪ੍ਰਤੱਖ ਪ੍ਰਮਾਣ ਵੇਖ ਕੇ ਲੱਜਤ ਹੋ ਕੇ ਕਹਿਣ ਲੱਗਾ, ਮਹਾਰਾਜ ਜੀ, ਤੁਸੀਂ ਸਭ ਦੇ ਅੰਦਰ ਦੀਆਂ ਜਾਣਨਹਾਰ ਹੋ। ਇਸ ਤਰ੍ਹਾਂ ਹੀ ਗੱਲਾਂ ਬਾਤਾਂ ਹੋ ਰਹੀਆਂ ਹਨ ਕਿ ਭਾਈ ਲਾਲੋ ਤੇ ਪੰਡਤ, ਜੋ ਗੁਰੂ ਜੀ ਦੀ ਆਗਿਆ ਅਨੁਸਾਰ ਨਗਰ ਛੱਡ ਕੇ ਚਲੇ ਗਏ ਸਨ, ਪਿੰਡ ਵਿੱਚ ਆਪਣੇ ਘਰ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਆਪਣੇ ਘਰ ਲਿਜਾ ਕੇ ਸੇਵਾ ਕੀਤੀ। ਨਗਰ ਦੇ ਹੋਰ ਹਿੰਦੂ ਤੇ ਮੁਸਲਮਾਨ ਵੀ ਆਪ ਜੀ ਪਾਸ ਬਹੁਤ ਆਏ। ਗੁਰੂ ਜੀ ਨੇ ਸਭ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਅਤੇ ਬਚਨ ਕੀਤਾ ਕਿ ਘਰ ਆਏ ਸੰਤ ਅਤਿਥੀਆਂ ਦੀ ਸੇਵਾ ਕਰਿਆ ਕਰੋ। 2 ਦਿਨ ਇੱਥੇ ਬਤੀਤ ਕਰਕੇ ਗੁਰੂ ਜੀ ਆਪਣੇ ਸਹੁਰੇ ਨਗਰ ਪਖੋਕੇ ਰੰਧਾਵੇ ਤੋਂ ਬਾਹਰ ਚੌਧਰੀ ਅਜੀਤੇ ਦੇ ਖੂਹ ਉੱਤੇ ਡੇਰਾ ਲਾ ਕੇ ਇੱਕ ਬ੍ਰਿਛ ਹੇਠਾਂ ਬੈਠ ਗਏ। ਗੁਰੂ ਜੀ ਨੇ ਭਗਵੇਂ ਕੱਪੜੇ ਪਹਿਨੇ ਹੋਏ ਸਨ ਅਤੇ ਆਪ ਜੀ ਦਾ ਚਿੱਟਾ ਤੇ ਕਾਲਾ ਦਾੜਾ ਸ਼ੋਭਨੀਕ ਹੋ ਰਿਹਾ ਸੀ। ਜਦ ਇੱਕ ਮਨੁੱਖ ਨੇ ਆਪ ਜੀ ਨੂੰ ਵੇਖ ਕੇ ਮੂਲੇ ਚੌਣੇ ਨੂੰ ਜਾ ਖਬਰ ਕੀਤੀ ਤਾਂ ਮੂਲਾ ਝਟਪਟ ਹੀ ਉੱਥੇ ਆ ਗਿਆ ਅਤੇ ਗੁਰੂ ਜੀ ਦਾ ਫਕੀਰੀ ਭੇਸ ਵੇਖ ਕੇ ਬਹੁਤ ਗੁੱਸੇ ਨਾਲ ਗੁਰੂ ਜੀ ਨੂੰ ਬੁਰੇ ਭਲੇ ਬੋਲਣ ਲੱਗਾ ਅਤੇ ਕਿਹਾ, ਜਦ ਤੋਂ ਜੈ ਰਾਮ ਜੀ ਪ੍ਰਲੋਕ ਸਿਧਾਰ ਗਿਆ ਹੈ, ਤਦ ਤੋਂ ਸ਼੍ਰੀ ਚੰਦ ਲਖਮੀ ਦਾਸ ਅਤੇ ਇਹਨਾਂ ਦੀ ਮਾਤਾ ਸੁਲੱਖਣੀ ਦਾ ਸਾਰਾ ਖਰਚ ਮੇਰੇ ਸਿਰ ਤੇ ਆ ਪਿਆ ਹੈ। ਤੁਸਾਂ ਕਦੀ ਇਹਨਾਂ ਦੀ ਖਬਰ ਨਹੀਂ ਲਈ। ਜੇ ਫਕੀਰ ਹੀ ਹੋ ਜਾਣਾ ਸੀ ਤਾਂ ਪਰਿਵਾਰ ਕਿਉਂ ਸਹੇੜਨਾ ਸੀ? ਉਪਰੰਤ ਘਰ ਤੋਂ ਨਵੇਂ ਸੁੰਦਰ ਕੱਪੜੇ ਲਿਆ ਕੇ ਕਿਹਾ ਕਿ ਫਕੀਰੀ ਭੇਸ ਉਤਾਰ ਕੇ ਇਹ ਨਵੇਂ ਸੁੰਦਰ ਕੱਪੜੇ ਪਹਿਨ ਲਵੋ। ਸਾਨੂੰ ਹੁਣ ਹੋਰ ਭਾਈਚਾਰੇ ਵਿੱਚ ਸ਼ਰਮਿੰਦੇ ਨਾ ਕਰੋ। ਇਤਨੇ ਨੂੰ ਸ਼੍ਰੀ ਚੰਦ ਤੇ ਲਖਮੀ ਦਾਸ ਵੀ ਆ ਗਏ ਅਤੇ ਆਪ ਜੀ ਨੂੰ ਮੱਥਾ ਟੇਕ ਕੇ ਪਾਸ ਬੈਠ ਗਏ। ਹੋਰ ਪਿੰਡ ਦੇ ਲੋਕ ਵੀ ਬਹੁਤ ਪਾਸ ਆਣ ਬੈਠੇ ਅਤੇ ਚੌਧਰੀ ਅਜਿੱਤਾ ਵੀ ਬੜੇ ਸਤਿਕਾਰ ਨਾਲ ਮੱਥਾ ਟੇਕ ਕੇ ਪਾਸ ਬੈਠ ਗਿਆ। ਅਜਿੱਤੇ ਚੌਧਰੀ ਨੇ ਕਿਹਾ, ਮਹਾਰਾਜ, ਆਪ ਅੰਤਰਜਾਮੀ ਹੋ, ਮੇਰਾ ਕੁਝ ਆਪ ਜੀ ਨੂੰ ਕਹਿਣਾ ਕਿਵੇਂ ਬਣ ਸਕਦਾ ਹੈ? ਆਪ ਘਟ ਦੀ ਜਾਣਦੇ ਹੋ। ਅਜਿੱਤੇ ਦੀ ਇਹ ਸ਼ਰਧਾ ਪੂਰਵਕ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਕਰਤਾਰ ਅੱਗੇ ਨਮਸਕਾਰ ਕਰੋ, ਤੇਰੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ। ਇਹ ਬਚਨ ਸੁਣ ਕੇ ਅਜਿੱਤਾ ਫਿਰ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਪੈ ਗਿਆ। ਤਦ ਉਸ ਨੂੰ ਤਤਛਿਣ ਹੀ ਹਿਰਦੇ ਵਿੱਚ ਗਿਆਨ ਹੋ ਗਿਆ ਅਤੇ ਬਹੁਤ ਸ਼ਕਤੀ ਪ੍ਰਾਪਤ ਹੋ ਗਈ। ਗੁਰੂ ਜੀ ਨੇ ਉੱਥੇ ਵੀ ਸਤਸੰਗ ਦਾ ਪ੍ਰਵਾਹ ਚਲਾ ਦਿੱਤਾ। ਇੱਕ ਦਿਨ ਗੁਰੂ ਜੀ ਦਾ ਸੱਸ ਸਹੁਰਾ ਮਾਤਾ ਸੁਲੱਖਣੀ ਜੀ ਨੂੰ ਨਾਲ ਲੈ ਕੇ ਆਪ ਜੀ ਦੇ ਪਾਸ ਆਏ ਅਤੇ ਕਈ ਪ੍ਰਕਾਰ ਦੇ ਮਿਹਣੇ ਤਿਹਣੇ ਦੀਆਂ ਗੱਲਾਂ ਆਖੀਆਂ। ਤਦ ਅਜਿੱਤੇ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਮਹਿਮਾ ਨਹੀਂ ਜਾਣਦੇ, ਇਸ ਕਰਕੇ ਵਾਧੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੂਲੇ ਨੇ ਕਿਹਾ, ਚੌਧਰੀ ਜੀ, ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਬੱਚਿਆਂ ਦਾ ਸਾਰਾ ਖਰਚ ਮੈਨੂੰ ਪਿਆ ਹੋਇਆ ਹੈ। ਜੋ ਇਹਨਾਂ ਪਾਸ ਮੋਦੀ ਖਾਨੇ ਦਾ ਰੁਪਈਆ ਸੀ, ਉਹ ਇਹਨਾਂ ਨੇ ਸਾਰਾ ਹੀ ਬਰਬਾਦ ਕਰ ਦਿੱਤਾ। ਜੇ ਪਾਸ ਹੁੰਦਾ ਤਾਂ ਅੱਜ ਇਹਨਾਂ ਬੱਚਿਆਂ ਦੇ ਕੰਮ ਆਉਂਦੇ ਤੇ ਮੈਂ ਔਖਾ ਨਾ ਹੁੰਦਾ। ਅਜਿੱਤੇ ਨੇ ਕਿਹਾ, ਚੌਣਾ ਜੀ, ਇਹ ਤਾਂ ਸੱਚੇ ਸੰਤ ਹਨ, ਇਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ। ਲੜਕੇ ਸਿਆਣੇ ਹੋ ਗਏ ਹਨ, ਖੱਟਣ ਕਮਾਉਣ ਲੱਗ ਪੈਣਗੇ। ਇਹਨਾਂ ਦੀ
ਮਾਤਾ ਜੋ ਮੇਰੀ ਭੈਣ ਸਮਾਨ ਹੈ, ਉਸ ਦਾ ਸਾਰਾ ਖਰਚ ਅੱਜ ਤੋਂ ਹੀ ਮੇਰੇ ਜੁੰਮੇ ਪਾ ਦਿਓ। ਮੈਂ ਖੁਸ਼ੀ ਨਾਲ ਸੇਵਾ ਕਰਾਂਗਾ। ਇਹ ਗੱਲ ਸੁਣ ਕੇ ਮੂਲਾ ਤਾਂ ਚੁੱਪ ਕਰ ਗਿਆ, ਪਰ ਚੰਦੋ ਰਾਣੀ ਨੇ ਕਈ ਗੱਲਾਂ ਕੀਤੀਆਂ। ਸੁਲੱਖਣੀ ਜੀ ਨੇ ਕਿਹਾ, ਜੇ ਤੁਸਾਂ ਫਕੀਰ ਹੀ ਬਣਨਾ ਸੀ ਤਾਂ ਫਿਰ ਮੈਨੂੰ ਕਿਉਂ ਲੜ ਲਾਇਆ ਸੀ? ਤੁਹਾਡੇ ਤੋਂ ਬਿਨਾਂ ਮੇਰਾ ਕਿਹੜਾ ਆਸਰਾ ਹੈ? ਮੈਂ ਕਦੀ ਕਿਤੇ ਰਹੀ ਤੇ ਕਦੀ ਕਿਤੇ ਦਿਨ ਕੱਟਦੀ ਰਹੀ, ਪਰ ਤੁਸਾਂ ਕਦੇ ਖਬਰ ਨਹੀਂ ਲਈ। ਇਹ ਗੱਲਾਂ ਕਰਕੇ ਸੁਲੱਖਣੀ ਜੀ ਰੋਣ ਲੱਗ ਪਈ। ਉਸ ਨੂੰ ਇਸ ਤਰ੍ਹਾਂ ਦੁਖੀ ਵੇਖ ਕੇ ਗੁਰੂ ਜੀ ਨੇ ਕਿਹਾ, ਸਾਡੇ ਪਾਸ ਤਾਂ ਦੁੱਖ ਸੁੱਖ ਹੀ ਹੈ। ਜੇਕਰ ਤੂੰ ਸਾਡੇ ਦੁੱਖ ਸੁੱਖ ਵਿੱਚ ਹੀ ਕੱਟਣੀ ਹੈ ਤਾਂ ਪੁੱਤਰਾਂ ਨੂੰ ਨਾਲ ਲੈ ਕੇ ਸਾਡੇ ਪਾਸ ਆ ਜਾ। ਸ਼੍ਰੀ ਸੁਲੱਖਣੀ ਜੀ ਇਹ ਬਚਨ ਸੁਣ ਕੇ ਸ਼ੀਘਰ ਹੀ ਘਰ ਜਾ ਕੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਖੁਸ਼ੀ-ਖੁਸ਼ੀ ਆਪ ਜੀ ਦੇ ਪਾਸ ਆ ਗਈ। ਇਹ ਵੇਖ ਕੇ ਮੂਲ ਚੰਦ ਤੇ ਚੰਦੋ ਰਾਣੀ ਚੁੱਪ ਕਰਕੇ ਘਰ ਨੂੰ ਚਲੇ ਗਏ। ਇੱਥੇ ਹੀ ਆਪ ਜੀ ਦੀ ਸਰਬ ਪ੍ਰਕਾਰ ਦੀ ਸੇਵਾ ਅਜੀਤਾ ਰੰਧਾਵਾ ਹੀ ਕਰਦਾ ਰਿਹਾ। ਕਰਤਾਰਪੁਰ ਨਿਵਾਸ ਤੋਂ ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਕੁਝ ਦਿਨ ਜਦ ਗੁਰੂ ਜੀ ਪੱਖੋਂ ਕੇ ਠਹਿਰ ਕੇ ਸਤਸੰਗ ਦਾ ਪ੍ਰਵਾਹ ਚਲਾਇਆ ਤਾਂ ਬਹੁਤ ਦੂਰ-ਦੂਰ ਤੋਂ ਲੋਕ ਆਣ ਕੇ ਆਪ ਜੀ ਦੇ ਸ਼ਰਧਾਲੂ ਬਣਨ ਲੱਗੇ। ਤਦ ਮੂਲ ਚੰਦ ਨੇ ਵੀ ਅਨੁਭਵ ਕੀਤਾ ਕਿ ਇਹ ਪੂਰਨ ਮਹਾਂਪੁਰਖ ਹਨ ਅਤੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਤੁਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹੋ, ਮੇਰੇ ਤੇ ਵੀ ਕਿਰਪਾ ਕਰੋ, ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਆਵੇ। ਤਦ ਗੁਰੂ ਜੀ ਨੇ ਉਸ ਨੂੰ ਸਤਨਾਮ ਸਿਮਰਨ ਦਾ ਉਪਦੇਸ਼ ਦਿੱਤਾ, ਜਿਸ ਨਾਲ ਉਸ ਦੀ ਸਾਧੂ ਬਿਰਤੀ ਹੋ ਗਈ ਅਤੇ ਆਪਣੀ ਇਸਤਰੀ ਚੰਦੋ ਰਾਣੀ ਨੂੰ ਵੀ ਆਪਣੇ ਨਾਲ ਹੀ ਸਤਸੰਗ ਕਰਕੇ ਨਾਮ ਸਿਮਰਨ ਵਿੱਚ ਜੋੜ ਦਿੱਤਾ। ਕੁਝ ਸਮੇਂ ਉਪਰੰਤ ਆਰਬਲਾ ਪੂਰੀ ਕਰਕੇ ਦੋਵੇਂ ਹੀ ਪਤੀ ਪਤਨੀ ਦੇਹ ਤਿਆਗ ਕੇ ਸਵਰਗਾਂ ਨੂੰ ਚਲੇ ਗਏ। ਉਪਰੰਤ ਗੁਰੂ ਜੀ ਉੱਥੋਂ ਚੱਲ ਕੇ ਰਾਵੀ ਤੋਂ ਪਾਰ ਕਿਨਾਰੇ ਇੱਕ ਸੁੰਦਰ ਅਸਥਾਨ ਤੇ ਜਾ ਬੈਠੇ। ਇੱਥੇ ਹਰ ਪ੍ਰਕਾਰ ਦੇ ਲੋਕ, ਹਿੰਦੂ, ਮੁਸਲਮਾਨ ਅਤੇ ਸਾਧੂਆਂ ਦੇ ਜੋਗੀ, ਸੰਨਿਆਸੀ, ਵੈਸ਼ਨੂ, ਬਿਰਾਗੀ ਆਦਿ ਭੇਖ ਆਪ ਜੀ ਪਾਸ ਬਹੁਤ ਆਉਣ ਲੱਗ ਪਏ। ਇਹਨਾਂ ਦਿਨਾਂ ਵਿੱਚ ਹੀ ਲਾਹੌਰ ਦੇ ਬਹੁਤ ਲੋਕ ਆਪ ਜੀ ਦੇ ਸਿੱਖ ਬਣ ਗਏ। ਇਹਨਾਂ ਸਿੱਖਾਂ ਪਾਸੋਂ ਆਪ ਜੀ ਦੀ ਉਸਤਤ ਸੁਣ ਕੇ ਲਾਹੌਰ ਦਾ ਇੱਕ ਕਰੋੜੀਆ ਸ਼ਾਹੂਕਾਰ ਮਨ ਵਿੱਚ ਬਹੁਤ ਕਰੀਜਿਆ ਅਤੇ ਲੋਕਾਂ ਨੇ ਉਸ ਪਾਸੋਂ ਡਰ ਕੇ ਗੁਰੂ ਜੀ ਦੀ ਉਸਤਤੀ ਕਰਨੀ ਛੱਡ ਦਿੱਤੀ। ਇੱਕ ਦਿਨ ਇੱਕ ਜੋਗੀ ਮੰਗਦਾ ਫਿਰਦਾ ਕਿੰਗਰੀ ਵਜਾ ਕੇ ਗੁਰੂ ਜੀ ਦਾ ਇਹ ਸ਼ਬਦ ਪੜ੍ਹ ਰਿਹਾ ਸੀ, ਰਾਮਕਲੀ ਮਹੱਲਾ ਪਹਿਲਾ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆਂ ਬੈਠਾ ਕੱਢ ਵਹੀ। ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ, ਅਜਰਾਇਲ ਫਿਰੇਸਤਾ ਹੋਸੀ ਆਏ ਤਈ। ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸ਼ਬਦ ਨੂੰ ਸੁਣ ਕੇ ਕਰੋੜੀਏ ਨੇ ਕ੍ਰੋਧ ਨਾਲ ਕਿਹਾ, ਇਸ ਨੇ ਹਿੰਦੂ ਖੁਆਰ ਕੀਤੇ ਹਨ ਅਤੇ ਮੁਸਲਮਾਨਾਂ ਦਾ ਈਮਾਨ ਗਵਾ ਦਿੱਤਾ ਹੈ। ਨਾਨਕ ਕੌਣ ਹੈ? ਮੈਂ ਨਾ ਉਸ ਨੂੰ ਵੇਖਿਆ ਹੈ ਅਤੇ ਨਾ ਜਾਣਿਆ ਹੈ, ਜਿਸ ਦਾ ਜਸ ਇਹ ਹਿੰਦੂ ਮੁਸਲਮਾਨ ਕਰਦੇ ਹਨ। ਸਭ ਵੇਖਾ ਵੇਖੀ ਇਸ ਦੇ ਸੇਵਕ ਬਣ ਗਏ ਜਾਪਦੇ ਹਨ। ਇਹ ਲੋਕਾਂ ਨੂੰ ਖਰਾਬ ਕਰੇਗਾ। ਮੈਂ ਇਸ ਨੂੰ ਫੜ ਕੇ ਕੈਦ ਕਰਕੇ ਸਿੱਧੇ ਰਸਤੇ ਪਾਉਂਦਾ ਹਾਂ। ਇਹ ਆਖ ਕੇ ਤਿਆਰੀ ਕਰਕੇ ਇੱਕ ਘੋੜੀ ਮੰਗਵਾ ਕੇ ਉਸ ਉੱਤੇ ਚੜ੍ਹਿਆ ਤਾਂ ਉਹਨੇ ਪਟਕਾ ਕੇ ਹੇਠਾਂ ਸੁੱਟ ਦਿੱਤਾ। ਫਿਰ ਦੂਸਰੇ ਦਿਨ ਕੁਝ ਸੇਵਾਦਾਰ ਨਾਲ ਲੈ ਕੇ ਗੁਰੂ ਜੀ ਨੂੰ ਫੜਨ ਵਾਸਤੇ ਤੁਰ ਪਿਆ ਅਤੇ ਜਦ ਗੁਰੂ ਜੀ ਦੇ ਨੇੜੇ ਗਿਆ ਤਾਂ ਦਿਸਣੋਂ ਬੰਦ ਹੋ ਗਿਆ ਅਤੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਉਹਨਾਂ ਦੀ ਮਹਿਮਾ ਦਾ ਪਤਾ ਲੱਗ ਗਿਆ ਹੈ। ਹੁਣ ਮੇਰੇ ਨਾਲ ਚੱਲ ਕੇ ਉਹਨਾਂ ਪਾਸੋਂ ਮੇਰੀ ਭੁੱਲ ਬਖਸ਼ਵਾ ਦਿਓ। ਮੈਂ ਉਹਨਾਂ ਦਾ ਸਿੱਖ ਹੋ ਜਾਵਾਂਗਾ, ਮੈਨੂੰ ਬਖਸ਼ ਲੈਣ। ਸਾਥੀਆਂ ਨੇ ਕਿਹਾ, ਘੋੜੀ ਤੋਂ ਉਤਰ ਕੇ ਧਰਤੀ 'ਤੇ ਸਿਰ ਰੱਖ ਕੇ ਉਹਨਾਂ ਨੂੰ ਨਮਸਕਾਰ ਕਰੋ ਅਤੇ ਫਿਰ ਸ਼ਰਧਾ ਧਾਰ ਕੇ ਉਹਨਾਂ ਦੇ ਪਾਸ ਚੱਲੋ। ਉਹ ਦੀਨ ਦਿਆਲ ਹਨ, ਉਹ ਬਖਸ਼ ਦੇਣਗੇ। ਕਰੋੜੀਏ ਨੇ ਇਸ ਤਰ੍ਹਾਂ ਹੀ ਸ਼ਰਧਾ ਨਾਲ ਆਪ ਜੀ ਦੇ ਹਾਜ਼ਰ ਹੋ ਕੇ ਆਪਣੀ ਭੁੱਲ ਦੀ ਮਾਫ਼ੀ ਮੰਗੀ ਅਤੇ ਬੇਨਤੀ ਕੀਤੀ ਕਿ ਜਿਸ ਅਸਥਾਨ 'ਤੇ ਆਪ ਬੈਠੇ ਹੋ ਇਹ ਮੇਰੀ ਭੇਟਾ ਲਵੋ ਅਤੇ ਇੱਥੇ ਧਰਮਸ਼ਾਲਾ ਬਣਾ ਕੇ ਨਿਵਾਸ ਕਰੋ। ਗੁਰੂ ਜੀ ਨੇ ਕਿਹਾ, ਜੇ ਤੇਰੀ ਇੱਛਾ ਹੈ ਤਾਂ ਸੇਵਾ ਕਰੋ। ਸਤ ਸੰਗਤ ਦਾ ਵਿਸਰਾਮ ਹੋਵੇਗਾ ਅਤੇ ਸੰਤ ਸੱਜਣ ਸਤਨਾਮ ਦਾ ਸਿਮਰਨ ਮਿਲ ਕੇ ਕਰਿਆ ਕਰਨਗੇ। ਤਦ ਕਰੋੜੀਏ ਆਪਣੇ ਕਾਰੀਗਰ, ਲੁਹਾਰ, ਤਰਖਾਣ ਤੇ ਮਜ਼ਦੂਰ ਭੇਜ ਕੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਨਗਰ ਵਸਾ ਕੇ ਉਸ ਦਾ ਨਾਮ ਕਰਤਾਰਪੁਰ ਰੱਖਿਆ। ਮਾਤਾ ਸੁਲੱਖਣੀ ਜੀ ਵੀ
ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਏ। ਇੱਕ ਕਰਮਕਾਂਡੀ ਪੰਡਤ। ਇੱਕ ਦਿਨ ਇੱਕ ਕਰਮਕਾਂਡੀ ਪੰਡਤ ਬ੍ਰਾਹਮਣ ਨੇ ਆਣ ਕੇ ਗੁਰੂ ਜੀ ਨੂੰ ਆਸ਼ੀਰਵਾਦ ਕਰਕੇ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਨੂੰ ਸੁੱਕੀ ਰਸਦ ਦੇ ਦਿਓ, ਮੈਂ ਆਪਣੇ ਹੱਥ ਨਾਲ ਸੁੱਚਾ ਭੋਜਨ ਤਿਆਰ ਕਰਕੇ ਛਕਾਂਗਾ। ਜਦ ਗੁਰੂ ਜੀ ਨੇ ਉਸ ਨੂੰ ਲੰਗਰ ਵਿੱਚੋਂ ਸੁੱਕੀ ਰਸਦ ਦਿੱਤੀ ਤਾਂ ਉਸ ਨੇ ਰਸੋਈ ਕਰਨ ਵਾਸਤੇ ਇੱਕ ਥਾਂ ਤੋਂ ਧਰਤੀ ਪੁੱਟ ਕੇ ਵੇਖੀ ਤਾਂ ਹੇਠੋਂ ਹੱਡੀਆਂ ਨਿਕਲ ਆਈਆਂ। ਫਿਰ ਉਸ ਨੇ ਹੋਰ 2-3 ਥਾਵਾਂ ਤੋਂ ਧਰਤੀ ਪੁੱਟ ਕੇ ਵੇਖਿਆ ਤਾਂ ਉੱਥੋਂ ਵੀ ਹੱਡੀਆਂ ਦੇ ਢੇਰ ਨਿਕਲੇ। ਜਦ ਇਸ ਤਰ੍ਹਾਂ ਸਾਰਾ ਦਿਨ ਕਰਦਾ ਹੋਇਆ ਭੁੱਖ ਤੇ ਨਾਲ ਬਹੁਤ ਅਕੁਲਾ ਗਿਆ ਤਾਂ ਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ, ਇੱਥੇ ਮੈਨੂੰ ਕੋਈ ਥਾਂ ਪਵਿੱਤਰ ਨਹੀਂ ਮਿਲੀ, ਮੈਂ ਥੱਕ ਗਿਆ ਹਾਂ, ਇਸ ਕਰਕੇ ਆਪ ਕਿਰਪਾ ਕਰਕੇ ਆਪਣੇ ਲੰਗਰ ਦਾ ਭੋਜਨ ਹੀ ਮੈਨੂੰ ਛਕਾਓ। ਗੁਰੂ ਜੀ ਨੇ ਕਿਹਾ, ਪੰਡਤ ਜੀ, ਉਹ ਸਮਾਂ ਬੀਤ ਗਿਆ ਹੈ, ਹੁਣ ਵਾਹਿਗੁਰੂ ਆਖ ਕੇ ਜਿੱਥੋਂ ਧਰਤੀ ਪੁੱਟੋਗੇ ਉਹੀ ਪਵਿੱਤਰ ਹੋਵੇਗੀ। ਜਦ ਉੱਥੇ ਹੀ ਰਸੋਈ ਕਰਕੇ ਭੋਜਨ ਛਕ ਲੈਣਾ, ਮਨ ਵਿੱਚ ਕੋਈ ਭਰਮ ਨਾ ਕਰਨਾ। ਤਦ ਪੰਡਤ ਨੇ ਇਸ ਤਰ੍ਹਾਂ ਹੀ ਰਸੋਈ ਤਿਆਰ ਕੀਤੀ ਅਤੇ ਜਦ ਛਕ ਕੇ ਗੁਰੂ ਜੀ ਦੇ ਪਾਸ ਆਇਆ, ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਬਸੰਤ ਮਹੱਲਾ ਪਹਿਲਾ। सोने का चौंका कंचन कुआर, रूपे किया कारा बहुत विस्तार। गंगा का उदक करंते की आग, गरुड़ा खाना दुध स्यो गाढ़। रे मन लेखै कभू न पाए, जाम न पीछे साच नाए रहाओ। 10-8 लिखे होवे पास, चारे वेद मुखागर पाठ। पूर्वी नावे वर्ना की दात, वर्त नेम करे दिन रात। काजी मुल्ला होवे सेख, जोगी जंगम भगवे भेख। को गिरही कर्मा की संद, बिन बूझे सब खड़ियै सबंध। जेते जी लिखी सिरकार, करनी उपर होवग सार। हुक्म करहे मूर्ख गावार, नानक साचे की सिफत भंडार। ਇਹ ਉਪਦੇਸ਼ਮਈ ਸ਼ਬਦ ਸੁਣ ਕੇ ਪੰਡਤ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਭਰਮ ਭੇਦ ਦੂਰ ਕਰਕੇ ਭਾਉ ਭਗਤੀ ਨਾਲ ਸਤਨਾਮ ਦਾ ਸਿਮਰਨ ਕਰਨ ਲੱਗਾ। ਮੂਲਾ ਕਿਰਾੜ, ਮਰਨਾ ਸੱਚ ਤੇ ਜਿਉਣਾ ਝੂਠ। ਭਾਈ ਬਾਲੇ ਨੇ ਅੱਗੇ ਦੱਸਿਆ ਕਿ ਕਰਤਾਰਪੁਰ ਨਗਰ ਵਸਾ ਕੇ ਗੁਰੂ ਜੀ ਨੇ ਉੱਥੇ ਸਤਸੰਗ ਦੀ ਮਰਿਆਦਾ ਚਲਾਈ। ਸਾਰੇ ਸਿੱਖ ਸੇਵਕ ਸਵਾ ਪਹਿਰ ਰਾਤ ਰਹਿੰਦੀ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਜਾਂਦੇ। ਉਪਰੰਤ ਕਈ ਬਚਨ ਸੁਣ ਕੇ ਘਰਾਂ ਨੂੰ ਮੁੜ ਜਾਂਦੇ ਤੇ ਕਈ ਆਪ ਜੀ ਦੀ ਸੇਵਾ ਵਿੱਚ ਲੱਗ ਜਾਂਦੇ। 8 ਪਹਿਰ ਲੰਗਰ ਵਰਤਦਾ ਰਹਿੰਦਾ। ਕੁਝ ਸਮਾਂ ਟਿਕ ਕੇ ਇਸ ਮਰਿਆਦਾ ਨੂੰ ਚਲਾ ਕੇ ਆਪ ਜੀ ਨੇ ਪੱਛਮ ਦਿਸ਼ਾ ਜਾਣ ਦੀ ਤਿਆਰੀ ਕਰ ਲਈ। ਮੈਨੂੰ ਅਤੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਜੀ ਸਿਆਲਕੋਟ ਦੇ ਬਾਹਰ ਜਾ ਬੈਠੇ। ਕੁਝ ਚਿਰ ਪਿੱਛੋਂ ਆਪ ਜੀ ਨੇ ਮਰਦਾਨੇ ਨੂੰ ਸੋਨੇ ਦਾ ਇੱਕ ਟਕਾ ਦਿੱਤਾ ਅਤੇ ਆਖਿਆ ਕਿ ਸ਼ਹਿਰ ਵਿੱਚੋਂ ਇਸ ਦਾ ਸੱਚ ਤੇ ਝੂਠ ਖਰੀਦ ਲਿਆਓ। ਮਰਦਾਨੇ ਨੇ ਸ਼ਹਿਰ ਵਿੱਚ ਜਾ ਕੇ ਬਹੁਤ ਦੁਕਾਨਦਾਰਾਂ ਤੋਂ 1 ਟਕੇ ਦਾ ਸੱਚ ਝੂਠ ਮੰਗਿਆ, ਪਰ ਸਭ ਨੇ ਹੱਸ ਕੇ ਟਾਲ ਛੱਡਿਆ। ਫਿਰਦਾ ਫਿਰਦਾ ਜਦ ਮਰਦਾਨਾ ਇੱਕ ਬਾਣੀਏ ਦੀ ਹੱਟੀ ਤੇ ਗਿਆ ਤਾਂ ਉਸ ਨੇ ਮਰਨਾ ਸੱਚ ਤੇ ਜਿਉਣਾ ਝੂਠ ਲਿਖ ਕੇ ਮਰਦਾਨੇ ਨੂੰ ਦੇ ਦਿੱਤਾ ਅਤੇ ਸੋਨੇ ਦਾ ਟਕਾ ਰੱਖ ਲਿਆ। ਜਦ ਮਰਦਾਨਾ ਇਹ ਕਾਗਜ਼ ਲੈ ਕੇ ਗੁਰੂ ਜੀ ਪਾਸ ਗਿਆ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਸੌਦਾ ਤੂੰ ਠੀਕ ਹੀ ਲਿਆਂਦਾ ਹੈ, ਪਰ ਜੋ ਇਸ ਸੌਦੇ ਨੂੰ ਵੇਚਣ ਵਾਲਾ ਹੈ ਉਸ ਨੂੰ ਸਾਡੇ ਪਾਸ ਸੱਦ ਲਿਆਓ। ਮਰਦਾਨਾ ਸ਼ਹਿਰ ਤੋਂ ਬਾਣੀਏ ਨੂੰ ਬੁਲਾ ਕੇ ਗੁਰੂ ਜੀ ਪਾਸ ਲੈ ਆਇਆ। ਜਦ ਬਾਣੀਆ ਨਮਸਕਾਰ ਕਰਕੇ ਬੈਠ ਗਿਆ ਤਾਂ ਗੁਰੂ ਜੀ ਨੇ ਪੁੱਛਿਆ, ਸ਼ਾਹ ਜੀ, ਤੁਹਾਡਾ ਨਾਮ ਕੀ ਹੈ? ਸਿੱਖ ਕਿਸ ਦੇ ਹੋ? ਜੋ ਤੁਸਾਂ ਕਾਗਜ਼ ਉੱਤੇ ਲਿਖਿਆ ਹੈ ਇਸ ਨੂੰ ਤੁਸੀਂ ਸੱਚ ਕਰਕੇ ਜਾਣਿਆ ਹੈ ਕਿ ਐਵੇਂ ਹੀ ਗੱਲ ਬਣਾ ਕੇ ਲਿਖ ਦਿੱਤੀ ਹੈ? ਬਾਣੀਏ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਮੈਂ ਸੱਚ ਕਹਿੰਦਾ ਹਾਂ, ਮੇਰਾ ਨਾਮ ਮੂਲਾ ਹੈ ਅਤੇ ਆਪ ਜੀ ਦੇ ਅਨੁਸਾਰ ਗਿਆਨ ਉਸ ਨੂੰ ਹੀ ਹੁੰਦਾ ਹੈ ਜਿਸ ਉੱਤੇ ਆਪ ਹੀ ਕਿਰਪਾ ਕਰੋ। ਇਹ ਜੋ ਕੁਝ ਮੈਂ ਕਾਗਜ਼ ਉੱਤੇ ਲਿਖ ਦਿੱਤਾ ਹੈ ਇਹ ਕੇਵਲ ਲਾਲਚ ਕਰਕੇ ਸੋਨੇ ਦਾ ਟਕਾ ਲੈਣ ਵਾਸਤੇ ਹੀ ਲਿਖ ਦਿੱਤਾ। ਮੈਨੂੰ ਤਦ ਤੱਕ ਇਸ ਦਾ ਦ੍ਰਿੜ ਅਭਿਆਸ ਨਹੀਂ ਹੋ ਸਕਦਾ ਜਦ ਤੱਕ ਕੋਈ ਪੂਰਨ ਸੰਤ ਨਾ ਮਿਲੇ। ਗੁਰੂ ਜੀ ਨੇ ਕਿਹਾ, ਜੇ ਤੂੰ ਇਹ ਚਾਹੁੰਦਾ ਹੈ ਤਾਂ ਸਾਡੇ ਨਾਲ ਰਹੋ, ਤੇਰੀ ਇੱਛਾ ਪੂਰੀ ਹੋ ਜਾਏਗੀ। ਮੂਲਾ ਗੁਰੂ ਜੀ ਦਾ ਬਚਨ ਮੰਨ ਕੇ ਆਪ ਜੀ ਦੇ ਨਾਲ ਹੀ ਅੱਗੇ ਚੱਲ ਪਿਆ। ਸ਼ਾਹ ਸੁਹਾਗਣ ਦਾ ਪਾਖੰਡ ਪ੍ਰਗਟ ਕਰਨਾ। ਅੱਗੇ ਜਾ ਕੇ ਗੁਰੂ ਜੀ ਮੁਸਲਮਾਨਾਂ ਦੇ ਇੱਕ ਨਗਰ ਵਿੱਚ ਜਾ ਬੈਠੇ। ਉਸ ਦਿਨ ਉੱਥੇ ਚੰਦ ਰਾਤ ਮੱਸਿਆ
ਤੋਂ ਪਿੱਛੋਂ ਜਿਸ ਰਾਤ ਚੰਦ ਦਿਸਦਾ ਹੈ ਦਾ ਮੇਲਾ ਸੀ ਤੇ ਬਹੁਤ ਲੋਕ ਇਕੱਠੇ ਹੋਏ ਸਨ। ਇੱਕ ਪਾਖੰਡੀ ਫਕੀਰ ਉੱਥੇ ਰਹਿੰਦਾ ਸੀ, ਜਿਸ ਨੂੰ ਲੋਕ ਬਹੁਤ ਮਠਿਆਈਆਂ ਤੇ ਰੁਪਏ ਪੈਸੇ ਆਦਿ ਭੇਟ ਕਰ ਰਹੇ ਸਨ। ਉਹ ਦੰਭੀ ਲੋਕਾਂ ਨੂੰ ਕਹਿੰਦਾ ਸੀ ਕਿ ਦੂਜ ਦੇ ਚੰਦ ਦੀ ਰਾਤ ਨੂੰ ਉਸ ਪਾਸ ਸ਼ਾਹ ਪਰਮਾਤਮਾ ਆਉਂਦਾ ਹੈ। ਉਹ ਉਸ ਰਾਤ ਇਸਤਰੀਆਂ ਵਾਲੇ ਗਹਿਣੇ ਕੱਪੜੇ ਪਹਿਨ ਕੇ ਬੜਾ ਸ਼ਿੰਗਾਰ ਕਰਕੇ ਅੰਦਰ ਬੈਠ ਜਾਂਦਾ ਸੀ ਤੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦਾ ਸੀ ਤੇ ਆਪਣੇ ਆਪ ਨੂੰ ਸ਼ਾਹ ਸੁਹਾਗਣ ਕਹਿੰਦਾ ਸੀ। ਲੋਕ ਮੰਨਤਾਂ ਮੰਨਦੇ, ਚੜਾਵੇ ਚੜਾਉਂਦੇ, ਦੀਵੇ ਬਾਲਦੇ ਅਤੇ ਢੋਲ ਵਜਾ ਕੇ ਖੁਸ਼ੀਆਂ ਮਨਾਉਂਦੇ ਸਨ। ਗੁਰੂ ਜੀ ਨੇ ਇਸ ਦਾ ਪੂਲ ਖੋਲ੍ਹਣ ਵਾਸਤੇ ਇੱਕ ਬੁੱਢੀ ਮਾਈ ਦੇ ਘਰ ਜਾ ਡੇਰਾ ਕੀਤਾ। ਜਦ ਮੇਲਾ ਬਹੁਤ ਭਰ ਗਿਆ ਤਾਂ ਮਰਦਾਨੇ ਨੂੰ ਨਾਲ ਲੈ ਕੇ ਸ਼ਾਹ ਸੁਹਾਗਣ ਨੂੰ ਮਿਲਣ ਚਲੇ ਗਏ। ਜਦ ਗੁਰੂ ਜੀ ਉਸ ਪਾਸ ਅੰਦਰ ਜਾਣ ਲੱਗੇ ਤਾਂ ਦਰਬਾਰ ਨੇ ਕਿਹਾ ਕਿ ਅੰਦਰ ਜਾਣ ਦਾ ਹੁਕਮ ਨਹੀਂ ਹੈ, ਇੱਥੋਂ ਹੀ ਯਾਤਰਾ ਕਰਕੇ ਲੋਕ ਮੁੜ ਜਾਂਦੇ ਹਨ। ਗੁਰੂ ਜੀ ਨੇ ਕਿਹਾ, ਅੰਦਰ ਜਾ ਕੇ ਕਹੋ ਕਿ ਬਾਹਰ ਇੱਕ ਫਕੀਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਖੜਾ ਹੈ। ਜਦ ਦਰਬਾਰ ਨੇ ਅੰਦਰ ਜਾ ਕੇ ਇਹ ਸੁਨੇਹਾ ਦਿੱਤਾ ਤਾਂ ਉਸ ਨੇ ਕਿਹਾ, ਅੰਦਰ ਆਉਣ ਦੀ ਆਗਿਆ ਨਹੀਂ ਹੈ। ਅੱਜ ਮੇਰੇ ਪਾਸ ਸ਼ਾਹ ਨੇ ਆਉਣਾ ਹੈ, ਇਸ ਕਰਕੇ ਮੈਂ ਹੋਰ ਕਿਸੇ ਨੂੰ ਵੇਖਣਾ ਨਹੀਂ ਚਾਹੁੰਦਾ। ਇਹ ਉੱਤਰ ਸੁਣ ਕੇ ਗੁਰੂ ਜੀ ਨੇ ਹੱਸ ਕੇ ਮਰਦਾਨੇ ਨੂੰ ਕਿਹਾ, ਮਰਦਾਨਾ, ਇੱਥੇ ਕੁਝ ਨਹੀਂ ਹੈ, ਚੱਲ ਚਲੀਏ, ਇਹ ਸਭ ਪਾਖੰਡ ਹੀ ਹੈ। ਜਦ ਗੁਰੂ ਜੀ ਇਹ ਗੱਲ ਆਖ ਕੇ ਪਿੱਛੇ ਨੂੰ ਮੁੜੇ ਤਾਂ ਅਚਾਨਕ ਹੀ ਮੇਲੇ ਵਿੱਚ ਲੜਾਈ ਸ਼ੁਰੂ ਹੋ ਗਈ, ਜਿਸ ਵਿੱਚ ਕਈ ਲੋਕ ਮਰ ਗਏ ਤੇ ਕਈ ਫੱਟੜ ਹੋ ਗਏ। ਉਪਰੰਤ ਮੇਲੇ ਵਿੱਚ ਲੁੱਟ ਖਸੁੱਟ ਸ਼ੁਰੂ ਹੋ ਗਈ ਅਤੇ ਲੁਟੇਰਿਆਂ ਨੇ ਸ਼ਾਹ ਸੁਹਾਗਣ ਦਾ ਸਮਾਨ ਵੀ ਜਾ ਲੁੱਟਿਆ। ਜਦ ਲੁੱਟ ਦੇ ਰੌਲੇ ਵਿੱਚ ਲੋਕ ਸ਼ਾਹ ਸੁਹਾਗਣ ਦੇ ਬੰਦ ਕਮਰੇ ਵਿੱਚ ਜਾ ਵੜੇ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਸੁੰਦਰ ਸੇਜ ਉੱਤੇ ਉਹ ਪਾਖੰਡੀ ਇੱਕ ਨਵਜੋਬਨ ਇਸਤਰੀ ਨਾਲ ਕਲੋਲ ਕਰ ਰਿਹਾ ਸੀ। ਉਸ ਦਾ ਇਹ ਕੁਕਰਮ ਵੇਖ ਕੇ ਲੋਕ ਭੜਕ ਉੱਠੇ ਅਤੇ ਉਸ ਨੂੰ ਫੜ ਕੇ ਬਹੁਤ ਮਾਰਿਆ ਤੇ ਬੁਰਾ ਹਾਲ ਕੀਤਾ। ਸਾਰੇ ਨਗਰ ਵਿੱਚ ਪਾਖੰਡੀ ਪਾਖੰਡੀ ਕਰਕੇ ਰੌਲਾ ਪੈ ਗਿਆ ਅਤੇ ਲੋਕਾਂ ਨੇ ਉਸ ਦਾ ਸਭ ਸਾਜੋ ਸਮਾਨ ਲੁੱਟ ਲਿਆ। ਆਪਣੀ ਇਹ ਬੁਰੀ ਹਾਲਤ ਵੇਖ ਮਨ ਵਿੱਚ ਕਹਿਣ ਲੱਗਾ ਕਿ ਮੈਂ ਉਹਨਾਂ ਸੰਤਾਂ ਦਾ ਦੋ ਨਿਰਾਦਰ ਕੀਤਾ ਹੈ ਜਿਹੜੇ ਮੈਨੂੰ ਮਿਲਣ ਆਏ ਸਨ। ਉਹ ਕੋਈ ਵੱਡੇ ਮਹਾਂਪੁਰਸ਼ ਜਾਪਦੇ ਹਨ, ਜਿਨ੍ਹਾਂ ਦੀ ਨਿਰਾਦਰੀ ਕਰਕੇ ਮੇਰਾ ਸਭ ਸਤਿਕਾਰ ਤੇ ਮਾਨ ਵਡਿਆਈ ਜਾਂਦੀ ਰਹੀ ਹੈ। ਇੱਕ ਰਾਤ ਇੱਥੇ ਵਿਸਰਾਮ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਮੈਂ ਮਰਦਾਨਾ ਤੇ ਮੂਲਾ ਆਪ ਜੀ ਦੇ ਨਾਲ ਪਿੱਛੇ ਪਿੱਛੇ ਜਾ ਰਹੇ ਸਾਂ। ਇਸ ਤਰ੍ਹਾਂ ਤੁਰੇ ਜਾਂਦੇ ਅਸੀਂ ਸਿੰਧ ਦੇਸ਼ ਵਿੱਚ ਸੈਯਦਾ ਦੇ ਨਗਰ ਉੱਚ ਦੇ ਬਾਹਰ ਜਾ ਡੇਰਾ ਕੀਤਾ। ਜਦ ਸਵੇਰ ਹੋਈ ਤਾਂ ਗੁਰੂ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜਦ ਗੁਰੂ ਜੀ ਨੇ ਗੁਰਮੁਖ ਨਾਦਮ ਗੁਰਮੁਖ ਵੇਦਮ ਪਾਠ ਪੜ੍ਹਿਆ ਤਾਂ ਇੱਕ ਸਿੰਧੀ ਨੇ ਸੁਣ ਕੇ ਆਪਣੇ ਪੀਰ ਨੂੰ ਜਾ ਕੇ ਦੱਸਿਆ ਕਿ ਇੱਕ ਫਕੀਰ ਬਾਹਰ ਬੈਠਾ ਕੁਝ ਪੜ੍ਹ ਰਿਹਾ ਸੀ ਤੇ ਕਹਿੰਦਾ ਸੀ ਗੁਰਮੁਖ ਨਾਦਮ ਗੁਰਮੁਖ ਵੇਦਮ, ਪਰ ਮੈਨੂੰ ਇਸ ਦੀ ਸਮਝ ਨਹੀਂ ਆਈ ਕਿ ਇਸ ਦੇ ਮਾਇਨੇ ਅਰਥ ਕੀ ਹਨ। ਤਦ ਪੀਰ ਨੇ ਕਿਹਾ, ਮੈਨੂੰ ਉਸ ਫਕੀਰ ਦੇ ਦਰਸ਼ਨ ਕਰਾਓ। ਉਸ ਆਦਮੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮੇਰਾ ਪੀਰ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਆਪ ਕਿਰਪਾ ਕਰਕੇ ਮੇਰੇ ਨਾਲ ਚੱਲੋ। ਤਦ ਗੁਰੂ ਜੀ ਉਸ ਦੇ ਨਾਲ ਪੀਰ ਪਾਸ ਚਲੇ ਗਏ। ਅੱਗੋਂ ਪੀਰ ਨੇ ਉੱਠ ਕੇ ਦਸਤਬੋਸੀ ਕਰਕੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ ਕਿ ਖੁਦਾ ਵਾਸਤੇ ਸੱਚ ਦੱਸੋ ਕਿ ਦਰਗਾਹ ਵਿੱਚ ਜੀਵਾਂ ਨਾਲ ਕੀ ਬੀਤਦਾ ਹੈ। ਗੁਰੂ ਜੀ ਨੇ ਕਿਹਾ, ਪੀਰ ਜੀ, ਜਿਹੜੇ ਇੱਥੇ ਤਨ ਮਨ ਕਰਕੇ ਸੱਚੇ ਰਹਿੰਦੇ ਹਨ ਉਹ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ ਹਨ। ਭੇਖੀਆਂ ਤੇ ਪਾਖੰਡੀਆਂ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਤੇ ਉਹ ਜੰਮਦੇ ਮਰਦੇ ਹੀ ਦੁੱਖ ਪਾਉਂਦੇ ਰਹਿੰਦੇ ਹਨ। ਸਿੰਧੀ ਪੁਰਸ਼ ਨੇ ਕਿਹਾ, ਪੀਰ ਜੀ, ਤੁਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗ ਗਏ ਹੋ, ਪਰ ਮੇਰਾ ਮਨੋਰਥ ਪੂਰਾ ਨਹੀਂ ਹੋਇਆ। ਤਦ ਪੀਰ ਨੇ ਗੁਰੂ ਜੀ ਨੂੰ ਕਿਹਾ, ਇਸ ਨੂੰ ਜਿਹੜੇ ਬਚਨ ਤੁਸਾਂ ਬੋਲੇ ਉਹਨਾਂ ਦੇ ਅਰਥ ਦੱਸੋ। ਗੁਰੂ ਜੀ ਨੇ ਕਿਹਾ, ਪੀਰ, ਜੇ ਤੁਸੀਂ ਇਸ ਨੂੰ ਅਰਥ ਦੱਸੋਗੇ ਤਾਂ ਇਸ ਦੀ ਤਸੱਲੀ ਹੋ ਜਾਏਗੀ, ਕਿਉਂਕਿ ਤੁਸੀਂ ਇਸ ਦੇ ਪੀਰ ਹੋ, ਇਸ ਕਰਕੇ ਤੁਸੀਂ ਇਸ ਨੂੰ ਅਰਥ ਦੱਸੋ। ਜਦ ਪੀਰ ਨੇ ਕਿਹਾ ਕਿ ਮੈਨੂੰ ਇਸ ਦੇ ਅਰਥ ਨਹੀਂ ਆਉਂਦੇ ਤਾਂ ਗੁਰੂ ਜੀ ਨੇ ਕਿਹਾ, ਜਦ ਤੁਸੀਂ ਮੱਕੇ ਜਾਓਗੇ ਤਾਂ ਉੱਥੇ ਤੁਹਾਡੀ ਨਿਸ਼ਾ ਹੋ ਜਾਏਗੀ। ਪੀਰ ਨੇ ਕਿਹਾ, ਮੈਂ ਹੁਣੇ ਹੀ ਮੱਕੇ ਜਾਂਦਾ ਹਾਂ, ਤੁਸਾਂ ਤਦ ਤੱਕ ਇੱਥੇ ਹੀ ਠਹਿਰਨਾ। ਗੁਰੂ ਜੀ ਨੇ ਕਿਹਾ, ਤੁਸੀਂ ਛੇਤੀ ਵਾਪਸ ਆਉਣਾ, ਅਸੀਂ ਤਦ ਤੱਕ ਇੱਥੇ ਹੀ ਠਹਿਰਾਂਗੇ। ਤਦ ਪੀਰ ਜੀ ਜਲਾਲ ਆਪਣੇ ਕੁਝ ਮੁਰੀਦਾਂ ਨੂੰ ਨਾਲ ਲੈ ਕੇ ਮੱਕੇ ਨੂੰ ਤੁਰ ਪਿਆ।
ਜਦ ਕੁਝ ਦਿਨ ਇੱਥੇ ਬੈਠਿਆਂ ਨੂੰ ਬੀਤ ਗਏ ਤਾਂ ਗੁਰੂ ਜੀ ਨੇ ਮੂਲੇ ਨੂੰ ਕਿਹਾ ਕਿ ਜਿਸ ਆਦਮੀ ਨਾਲ ਤੇਰਾ ਵੈਰ ਸੀ ਉਸ ਨੇ ਤੇਰੇ ਘਰ ਜਾ ਕੇ ਕਿਹਾ ਹੈ ਕਿ ਮੈਂ ਸੁਣਿਆ ਹੈ ਕਿ ਮੂਲਾ ਜਿਹੜੇ ਫਕੀਰਾਂ ਨਾਲ ਗਿਆ ਸੀ ਉਹ ਮਰ ਗਿਆ ਹੈ। ਇਹ ਗੱਲ ਸੁਣ ਕੇ ਤੇਰੀ ਇਸਤਰੀ ਨੇ ਸੜ ਮਰਨ ਵਾਸਤੇ ਤਿਆਰੀ ਕਰ ਲਈ ਹੈ। ਹੁਣ ਜੇ ਤੂੰ ਉੱਥੇ ਪਹੁੰਚ ਜਾਵੇਂਗਾ ਤਾਂ ਉਸ ਨੂੰ ਬਚਾ ਲਵੇਂਗਾ, ਨਹੀਂ ਤਾਂ ਜੇ ਤੈਨੂੰ ਹੁਣ ਘਰ ਦਾ ਮੋਹ ਨਹੀਂ ਰਿਹਾ ਤਾਂ ਜੋ ਕੁਝ ਹੁੰਦਾ ਹੈ ਹੋਣ ਦੇ, ਤੂੰ ਸਾਡੇ ਪਾਸ ਹੀ ਬੈਠਾ ਰਹੋ। ਇਹ ਸੁਣ ਕੇ ਮੂਲੇ ਦੇ ਮਨ ਵਿੱਚ ਮੋਹ ਜਾਗ ਪਿਆ ਤੇ ਕਹਿਣ ਲੱਗਾ, ਗੁਰੂ ਜੀ ਇੱਥੋਂ ਘਰ ਬਹੁਤ ਦੂਰ ਹੈ, ਮੈਂ ਉੱਥੇ ਛੇਤੀ ਕਿਸ ਤਰ੍ਹਾਂ ਪਹੁੰਚ ਕੇ ਆਪਣੀ ਇਸਤਰੀ ਦੇ ਪ੍ਰਾਣ ਬਚਾ ਸਕਦਾ ਹਾਂ। ਗੁਰੂ ਜੀ ਨੇ ਕਿਹਾ ਕਿ ਤੂੰ ਸਮੇਂ ਸਿਰ ਪਹੁੰਚਣਾ ਚਾਹੁੰਦਾ ਹੈ ਤਾਂ ਦੋਵੇਂ ਅੱਖਾਂ ਮੀਟ ਲੈ ਅਤੇ ਆਪਣੇ ਘਰ ਪਹੁੰਚ ਜਾ। ਮੂਲੇ ਨੇ ਹੁਕਮ ਮੰਨ ਕੇ ਅੱਖਾਂ ਮੀਟ ਲਈਆਂ ਅਤੇ ਜਦ ਫਿਰ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਉਹ ਆਪਣੇ ਘਰ ਬੈਠਾ ਹੋਇਆ ਸੀ। ਉਸ ਨੇ ਆਪਣੀ ਇਸਤਰੀ ਨੂੰ ਸੜਨ ਤੋਂ ਬਚਾ ਲਿਆ ਅਤੇ ਆਪਣੀ ਦੁਕਾਨ ਦਾ ਕੰਮ ਫੇਰ ਪਹਿਲੇ ਵਾਂਗੂ ਹੀ ਕਰਨ ਲੱਗ ਪਿਆ।